ਅੱਜ ਆਓ ਅਸੀਂ ਇਹ ਸਮੱਸਿਆ ਹੈ ਉਪਦੇਸ਼ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਜਦੋਂ ਅਸੀਂ ਵਿਸ਼ਵਾਸ ਦੇ ਮਾਰਗ ਤੇ ਚੱਲਦੇ ਹਾਂ, ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੀ ਮੈਨੂੰ ਪਰਮੇਸ਼ਵਰ ਦੀ ਮਰਜ਼ੀ ਦਾ ਪਾਲਣ ਕਰਨਾ ਚਾਹੀਦਾ ਹੈ ਜਾਂ ਮੈਨੂੰ ਪਰਮੇਸ਼ਵਰ ਨੂੰ ਮੇਰੀ ਮਰਜ਼ੀ ਦਾ ਪਾਲਣ ਕਰਵਾਉਣਾ ਚਾਹੀਦਾ ਹੈ? ਦੂਜੇ ਸ਼ਬਦਾਂ ਵਿੱਚ, ਕੀ ਮੈਨੂੰ ਪਰਮੇਸ਼ਵਰ ਨੂੰ ਮੇਰਾ ਪਾਲਣ ਕਰਨ ਦੇਣਾ ਚਾਹੀਦਾ ਹੈ? ਅਸੀਂ ਅਕਸਰ ਇਸ ਦਾ ਸਾਹਮਣਾ ਕਰਦੇ ਹਾਂ। ਇਹ ਸਮੱਸਿਆ ਹੈ। ਅਸੀਂ ਜਾਣਦੇ ਹਾਂ ਕਿ ਸਾਨੂੰ ਪਰਮੇਸ਼ਵਰ ਦੀ ਇੱਛਾ ਦਾ ਪਾਲਣ ਕਰਨਾ ਚਾਹੀਦਾ ਹੈ। ਹਾਲਾਂਕਿ, ਸਾਡੇ ਰੋਜ਼ਾਨਾ ਜੀਵਨ ਵਿੱਚ, ਅਸੀਂ ਅਕਸਰ ਸੋਚਦੇ ਹਾਂ, ਕੀ ਮੈਨੂੰ ਪਰਮੇਸ਼ਵਰ ਦੀ ਇੱਛਾ ਦਾ ਪਾਲਣ ਕਰਨਾ ਚਾਹੀਦਾ ਹੈ? ਜਾਂ ਪਰਮੇਸ਼ਵਰ ਨੂੰ ਮੇਰੀ ਮਰਜ਼ੀ ਦਾ ਪਾਲਣ ਕਰਨਾ ਚਾਹੀਦਾ ਹੈ? ਸਾਰੇ ਲੋਕੋ, ਇਹ ਗੁੰਝਲਦਾਰ ਹੈ ਨਾ? ਸਾਡੇ ਵਿਸ਼ਵਾਸ ਦੇ ਜੀਵਨ ਵਿੱਚ ਪਰਮੇਸ਼ਵਰ ਦੀਆਂ ਸਿੱਖਿਆਵਾਂ ਦਾ ਪਾਲਣ ਕਰਨਾ ਸਾਡੇ ਲਈ ਕੁਦਰਤੀ ਹੈ, ਪਰ ਅਸੀਂ ਕਈ ਵਾਰ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਪਰਮੇਸ਼ਵਰ ਦੀ ਇੱਛਾ ਨੂੰ ਬਦਲਣ ਦੀ ਕੋਸ਼ਿਸ਼ ਕਰ ਸਕਦੇ ਹਾਂ ਅਤੇ ਪਰਮੇਸ਼ਵਰ ਨੂੰ ਸਾਡੀ ਇੱਛਾ ਦਾ ਪਾਲਣ ਕਰਾ ਸਕਦੇ ਹਾਂ। ਇਸ ਲਈ, ਬਾਈਬਲ ਬਾਲਕ ਜਿਹੇ ਵਿਸ਼ਵਾਸ ਅਤੇ ਪਰਿਪੱਕ ਵਿਸ਼ਵਾਸ ਮਤਲਬ ਇੱਕ ਬਾਲਕ ਦੇ ਵਿਸ਼ਵਾਸ ਬਾਰੇ ਦੱਸਦੀ ਹੈ। ਪਹਿਲਾਂ, ਆਓ ਅਸੀਂ 1 ਕੁਰਿੰਥੀਆਂ ਦੀ ਕਿਤਾਬ 13 ਖੋਲੀਏ। ਆਓ ਅਸੀਂ ਅਧਿਆਇ 13 ਵਚਨ 11 ਉੱਤੇ ਇੱਕ ਨਜ਼ਰ ਪਾਈਏ। ਜਦ ਮੈਂ ਨਿਆਣਾ ਸਾਂ ਤਦ ਨਿਆਣੇ ਵਾਂਗੂ ਬੋਲਦਾ। ਅਸੀਂ ਕਦੋਂ ਕਹਿੰਦੇ ਹਾਂ ਕਿ ਅਸੀਂ ਬੱਚਿਆਂ ਵਾਂਗ ਹਾਂ? ਇਹ ਉਦੋਂ ਹੁੰਦਾ ਹੈ ਜਦੋਂ ਅਸੀਂ ਆਪਣਤ ਹੁੰਦੇ ਹਾਂ। ਇਹ ਉਦੋਂ ਹੁੰਦਾ ਹੈ ਜਦੋਂ ਅਸੀਂ ਪਰਮੇਸ਼ਵਰ ਦੀ ਇੱਛਾ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਸੱਚਾਈ ਨੂੰ ਪੂਰੀ ਤਰ੍ਹਾਂ ਮਹਿਸੂਸ ਕਰਨ ਵਿੱਚ ਯੋਗ ਨਹੀਂ ਹੁੰਦੇ ਹਾਂ। ਜਦ ਮੈਂ ਨਿਆਣਾ ਸਾਂ ਤਦ ਨਿਆਣੇ ਵਾਂਗੂ ਬੋਲਦਾ, ਅਤੇ ਭਾਵੇਂ ਮੈਂ ਉਹੀ ਸਪਸ਼ਟੀਕਰਨ ਸੁਣਿਆ, ਪਰ ਨਿਆਣੇ ਵਾਂਗੂ ਸਮਝਦਾ ਅਤੇ ਨਿਆਣੇ ਵਾਂਗੂ ਜਾਚਦਾ ਸਾਂ। ਮੇਰੇ ਕੋਲ ਇੱਕ ਬੱਚੇ ਦਾ ਵਿਸ਼ਵਾਸ ਸੀ, ਪਰ ਹੁਣ ਮੈਂ ਸਿਆਣਾ ਜੋ ਹੋਇਆ ਤਾਂ ਕੀ ਹੋਇਆ? ਤਾਂ ਮੈਂ ਨਿਆਣਪੁਣੇ ਦੀਆਂ ਗੱਲਾਂ ਛੱਡ ਦਿੱਤੀਆਂ ਹਨ। ਸਾਨੂੰ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ। ਇਸ ਕਰਕੇ ਅੱਜ ਦਾ ਸਿਰਲੇਖ ਹੈ, ਇਹ ਸਮੱਸਿਆ ਹੈ। ਸਾਨੂੰ ਬਾਲਕ ਜਿਹੇ ਤਰੀਕਿਆਂ ਨੂੰ ਛੱਡਣ ਦੀ ਲੋੜ ਹੈ। ਬੱਚੇ ਚਾਹੁੰਦੇ ਹਨ ਕਿ ਉਹਨਾਂ ਦੇ ਮਾਤਾ-ਪਿਤਾ ਉਹਨਾਂ ਦੀ ਇੱਛਾ ਦਾ ਪਾਲਣ ਕਰਨ। ਨਹੀਂ ਤਾਂ ਉਹ ਕਿਵੇਂ ਪ੍ਰਤੀਕਿਰਿਆ ਕਰਦੇ ਹਨ? ਉਹ ਰੋਂਦੇ ਹਨ। ਇਸ ਤੋਂ ਇਲਾਵਾ, ਉਹ ਆਪਣੇ ਮਾਤਾ-ਪਿਤਾ ਲਈ ਮੁਸ਼ਕਿਲ ਦਾ ਕਾਰਨ ਬਣਦੇ ਹਨ। ਉਹ ਉਦੋਂ ਤੱਕ ਚੀਕਦੇ ਹਨ ਜਦੋਂ ਤੱਕ ਉਹਨਾਂ ਦੀ ਇੱਛਾ ਪੂਰੀ ਨਹੀਂ ਹੋ ਜਾਂਦੀ। ਸਾਡੇ ਵਿਸ਼ਵਾਸ ਨਾਲ ਵੀ ਅਜਿਹਾ ਹੀ ਹੈ। ਜਦੋਂ ਅਸੀਂ ਬੱਚੇ ਸੀ, ਅਸੀਂ ਇੱਕ ਬੱਚੇ ਵਾਂਗ ਗੱਲ ਕੀਤੀ ਅਤੇ ਅਸੀਂ ਇੱਕ ਬੱਚੇ ਵਾਂਗ ਸੋਚਿਆ ਸੀ। ਹਾਲਾਂਕਿ, ਜਦੋਂ ਸਾਡੇ ਕੋਲ ਪਰਿਪੱਕ ਵਿਸ਼ਵਾਸ ਹੁੰਦਾ ਹੈ, ਤਾਂ ਸਾਨੂੰ ਬਾਲਕ ਦੇ ਤਰੀਕਿਆਂ ਨੂੰ ਛੱਡਣਾ ਚਾਹੀਦਾ ਹੈ। ਸਾਨੂੰ ਉਹਨਾਂ ਨੂੰ ਕਿਉਂ ਛੱਡ ਦੇਣਾ ਚਾਹੀਦਾ ਹੈ? ਕੀ ਇਸ ਲਈ ਨਹੀਂ ਹੈ ਕਿ ਉਹ ਚੰਗੇ ਨਹੀਂ ਹਨ? ਕਿਰਪਾ ਕਰਕੇ ਮੇਰੀ ਇੱਛਾ ਅਨੁਸਾਰ ਸਭ ਕੁਝ ਕਰੋ। ਕਿਰਪਾ ਕਰਕੇ ਮੇਰੀ ਇੱਛਾ ਦੀ ਪਾਲਣਾ ਕਰੋ। ਇਹ ਬਾਲਕ ਦੇ ਤਰੀਕੇ ਹਨ। ਅਸੀਂ ਕਹਿ ਸਕਦੇ ਹਾਂ ਕਿ ਇਹ ਬਾਲਕ ਦੇ ਵਿਚਾਰ, ਸ਼ਬਦ ਅਤੇ ਵਿਵਹਾਰ ਹਨ। ਲਿਖਿਆ ਹੈ, ਜਦੋਂ ਮੈਂ ਸਿਆਣਾ ਹੋ ਗਿਆ ਤਾਂ ਬਾਲਕਾਂ ਦੀਆਂ ਗੱਲਾਂ ਛੱਡ ਦਿੱਤੀਆਂ। ਇੱਕ ਸਿਆਣਾ ਵਿਅਕਤੀ ਇਹ ਨਹੀਂ ਕਹਿੰਦਾ, ਮੇਰੀ ਇੱਛਾ ਦੀ ਪਾਲਣਾ ਕਰੋ। ਇਸ ਦੀ ਬਜਾਏ, ਉਹਨਾਂ ਨੂੰ ਕਿਸ ਦੀ ਇੱਛਾ ਮੰਨਣੀ ਚਾਹੀਦੀ ਹੈ? ਸਲੀਬ ਤੇ ਚੜ੍ਹਾਏ ਜਾਣ ਤੋਂ ਇੱਕ ਦਿਨ ਪਹਿਲਾਂ, ਯਿਸੂ ਜਾਣਦੇ ਸੀ ਕਿ ਉਹਨਾਂ ਨੂੰ ਸਲੀਬ ਦਿੱਤੀ ਜਾਵੇਗੀ। ਪਰ ਜਦੋਂ ਉਹਨਾਂ ਨੇ ਗਤਸਮਨੀ ਦੇ ਬਾਗ ਵਿੱਚ ਸਾਰੀ ਰਾਤ ਪ੍ਰਾਰਥਨਾ ਕੀਤੀ, ਤਾਂ ਉਹਨਾਂ ਨੇ ਕਿਹਾ, ਹੇ ਪਿਤਾ ਜੀ, ਜੇ ਤੁਸੀਂ ਚਾਹੋ ਤਾਂ ਇਹ ਪਿਆਲਾ ਮੇਰੇ ਤੋਂ ਲੈ ਲਵੋ, ਫਿਰ ਵੀ ਮੇਰੀ ਨਹੀਂ, ਪਰ ਤੁਹਾਡੀ ਇੱਛਾ ਪੂਰੀ ਹੋਵੇ। ਉਹਨਾਂ ਦੇ ਵਚਨਾਂ ਦਾ ਇਹ ਮਤਲਬ ਨਹੀਂ ਹੈ, ਕਿਰਪਾ ਕਰਕੇ ਮੇਰੀ ਇੱਛਾ ਦਾ ਪਾਲਣ ਕਰੋ। ਕੀ ਇਹ ਨਹੀਂ ਦਰਸਾਉਂਦਾ, ਮੈਂ ਪਿਤਾ ਦੀ ਇੱਛਾ ਦਾ ਪਾਲਣ ਕਰਾਂਗਾ? ਬਾਈਬਲ ਵਿੱਚ ਇਸ ਨੂੰ ਆਗਿਆਕਾਰੀ ਕਿਹਾ ਗਿਆ ਹੈ। ਸਾਰੇ ਲੋਕੋ, ਅਸੀਂ ਕੁਦਰਤ ਵਿੱਚ ਪਰਮੇਸ਼ਵਰ ਦੀ ਰਚਨਾ ਨੂੰ ਦੇਖ ਸਕਦੇ ਹਾਂ।
자연 만물들이 참 많이 있습니다. ਲੋਕ ਕਹਿੰਦੇ ਹਨ ਕਿ ਇੱਕ ਰੁੱਖ ਆਪਣੀ ਕੀਮਤ ਆਪ ਹੀ ਜਾਣਦਾ ਹੈ। 자연의 분수에 ਇਹ 만족할 줄 ਸੰਤੁਸ਼ਟ 알아. ਹੈ ਅਤੇ ਇਹ ਪੁੱਛ ਕੇ ਸ਼ਿਕਾਇਤ ਨਹੀਂ ਕਰਦਾ, ਤੁਸੀਂ ਮੈਨੂੰ ਇੱਥੇ ਕਿਉਂ ਲਗਾਇਆ ਹੈ? 왜 저를 ਜਾਂ ਤੁਸੀਂ ਮੇਰੀ ਜਗ੍ਹਾ 옮기셨습니까? ਕਿਉਂ ਬਦਲ ਦਿੱਤੀ? 이렇게 불평하지 않는다고 합니다. ਇਸ ਦੀ ਬਜਾਏ ਇੱਕ ਦਰੱਖਤ ਪਰਮੇਸ਼ਵਰ ਨੇ ਇਸ ਨੂੰ ਜਿੱਥੇ ਰੱਖਿਆ ਹੈ ਉਸ ਅਨੁਸਾਰ ਖੂਬਸੂਰਤੀ ਨਾਲ ਟਲ ਜਾਂਦਾ ਹੈ। 순응할 줄을 안다고 합니다. 쉽게 ਸਰਲ 말하면 ਸ਼ਬਦਾਂ ਵਿੱਚ ਕੁਦਰਤ ਪਰਮੇਸ਼ਵਰ ਦੀ ਇੱਛਾ ਦਾ ਪਾਲਣ ਕਰਦੀ ਹੈ। 전부 ਕੋਈ ਵੀ ਪੱਖ ਉਸ ਨੂੰ ਆਪਣੀਆਂ ਇੱਛਾਵਾਂ ਦੀ ਪਾਲਣਾ ਕਰਨ ਲਈ ਨਹੀਂ ਕਹਿੰਦਾ। 자연은 없다고 합니다. ਪਰਬਤ, 산대로 ਨਦੀਆਂ ਅਤੇ ਸਮੁੰਦਰ ਪਰਮੇਸ਼ਵਰ ਦੁਆਰਾ ਨਿਰਧਾਰਿਤ ਕੀਤੇ ਗਏ ਆਪਣੇ ਅਹੁਦਿਆਂ ਨਾਲ ਸੰਤੁਸ਼ਟ ਹਨ। 하나님께서 정해 놓으신 그 위치에 전부 만족할 줄을 압니다. ਉਹ ਇਹ ਸਵਾਲ ਨਹੀਂ ਕਰਦੇ ਕਿਉਂ ਮੈਨੂੰ ਸਮੁੰਦਰ ਬਣਾਇਆ ਗਿਆ ਹੈ 나는 나무인데 도해지에 ਜਾਂ 가서 ਕਿਉਂ ਮੈਨੂੰ 살고 ਸ਼ਹਿਰ ਵਿੱਚ 싶은데 ਨਹੀਂ 왜 이 ਪਰ ਇਸ 시골에다 ਪਿੰਡ ਵਿੱਚ ਲਾਇਆ ਗਿਆ ਹੈ। ਦਰਅਸਲ ਕੁਦਰਤ ਪਰਮੇਸ਼ਵਰ ਦੀ ਇੱਛਾ ਦੀ ਉਲੰਘਣਾ ਨਹੀਂ ਕਰਦੀ। 그러한 어떤 대자연을 ਇਸ ਕਾਰਨ ਮੈਂ ਤੁਹਾਡੇ ਨਾਲ ਮਿਲ ਕੇ ਵਿਚਾਰ ਕਰਨ ਲਈ ਇੱਕ ਖਾਸ ਵਾਕੰਸ਼ ਸਾਂਝਾ ਕਰਨਾ ਚਾਹਾਂਗਾ। 여러분들에게도 생각을 한번 같이 해보자고 적어왔는데요. 나무는 ਇੱਕ ਰੁੱਖ ਆਪਣੀ ਦਿੱਤੀ ਗਈ ਭੂਮਿਕਾ ਨਾਲ ਸੰਤੁਸ਼ਟ ਹੋਣਾ ਜਾਣਦਾ ਹੈ। 나무로 태어난 ਇਹ ਕਦੇ ਰੁੱਖ ਹੋਣ ਦੀ ਸ਼ਿਕਾਇਤ ਨਹੀਂ ਕਰਦਾ। 왜 나를 ਇਹ ਸਵਾਲ ਨਹੀਂ ਕਰਦਾ ਮੈਨੂੰ ਇੱਥੇ ਕਿਉਂ ਰੱਖਿਆ ਗਿਆ ਹੈ ਅਤੇ ਉੱਥੇ ਨਹੀਂ। 욕심이 ਲਾਲਚ ਬੁੱਧ ਨੂੰ ਢੱਕ ਦਿੰਦਾ ਹੈ, ਜਿਸ ਨਾਲ ਅਣਆਗਿਆਕਾਰੀ ਸ਼ਿਕਾਇਤਾਂ ਅਤੇ ਬੁੜ ਹੁੰਦਾ ਹੈ। 끝내 ਆਖਰਕਾਰ ਇਹ ਸਾਨੂੰ ਸ਼ੁਕਰਗੁਜ਼ਾਰੀ ਭੁੱਲਾ ਦਿੰਦਾ ਹੈ। 하는 그런 글이 있어서 ਮੈਨੂੰ ਲੱਗਿਆ ਕਿ ਇਹ ਸਾਡੇ ਲਈ ਇਕੱਠੇ ਵਿਚਾਰ ਕਰਨ ਲਈ ਇੱਕ ਸਾਰਥਕ ਸੰਦੇਸ਼ ਹੈ। ਰੁੱਖ ਸੰਤੁਸ਼ਟ ਰਹਿਣਾ ਜਾਣਦਾ ਹੈ। ਜਦੋਂ ਅਸੀਂ ਕੁਦਰਤ ਨੂੰ ਦੇਖਦੇ ਹਾਂ ਤਾਂ ਉਹ ਸੰਤੁਸ਼ਟ ਹੁੰਦੇ ਹਨ, ਕਦੇ ਵੀ ਸਵਾਲ ਨਹੀਂ ਕਰਦੇ। 자기 위치에서 ਜਦੋਂ ਮੈਂ ਮੈਦਾਨ ਬਣਨਾ ਚਾਹੁੰਦਾ ਸੀ ਤਾਂ ਮੈਨੂੰ ਪਹਾੜ ਬਣਾਇਆ ਗਿਆ। 싶은데 왜 이렇게 ਜਾਂ ਜਦੋਂ ਮੈਂ ਇੱਕ ਖੇਤ ਬਣਨਾ ਚਾਹੁੰਦਾ ਸੀ ਤਾਂ ਮੈਨੂੰ ਸਮੁੰਦਰ ਦੇ ਰੂਪ ਵਿੱਚ ਕਿਉਂ ਬਣਾਇਆ ਗਿਆ ਹੈ? 서로 만들어 놨습니까? ਅਜਿਹੀ ਕੋਈ ਰਚਨਾ ਨਹੀਂ ਹੈ ਜੋ ਪਰਮੇਸ਼ਵਰ ਦੇ ਕੰਮ ਦੀ ਪਾਲਣਾ ਨਹੀਂ ਕਰਦੀ। 하지 않는 그러한 존재가 ਹਾਲਾਂਕਿ ਇਹ ਮਨੁੱਖ ਜਾਤੀ ਹੈ ਜੋ ਸਮੱਸਿਆ ਹੈ। 사람이 문제입니다. ਉਹਨਾਂ ਨੇ ਪਰਮੇਸ਼ਵਰ ਦੀ ਮਰਜ਼ੀ ਦੀ ਉਲੰਘਣਾ ਕਰਦੇ ਹੋਏ ਸਵਾਲ ਕੀਤਾ, 모든 그 가르침에 ਤੁਸੀਂ ਮੈਨੂੰ ਇਸ ਅਹੁਦੇ ਤੇ ਕਿਉਂ ਰੱਖਿਆ? 왜 ਤੁਸੀਂ 나를 ਕਿਸੇ 이런 ਹੋਰ ਨੂੰ 자리에 ਇੰਨਾ ਉੱਚਾ ਅਹੁਦਾ ਕਿਉਂ ਦਿੱਤਾ ਹੈ? 왜 저렇게 높은 자리를 다른 사람에게 주었습니까? ਸਾਰੇ ਲੋਕੋ, ਇਹ ਸਮੱਸਿਆ ਹੈ। 여러분, 이래서 이것이 이제 문제입니다. ਜਦੋਂ ਅਸੀਂ ਬਾਲਕ ਸੀ ਤਾਂ ਅਸੀਂ ਹਰ ਚੀਜ਼ ਦੀ ਮੰਗ ਕੀਤੀ। 요구합니다. 그러나 ਹਾਲਾਂਕਿ ਕੀ ਸਦੀਪਕ ਸਵਰਗ ਦਾ ਰਾਜ ਨੇੜੇ ਨਹੀਂ ਆ ਰਿਹਾ ਹੈ? 천국이 ਫਿਰ 가까이 ਸਾਨੂੰ 있고 ਬਾਲਕ ਦੇ ਤਰੀਕਿਆਂ ਨੂੰ ਛੱਡ ਦੇਣਾ ਅਤੇ ਸਿਆਣਾ ਵਿਸ਼ਵਾਸ ਰੱਖਣਾ ਚਾਹੀਦਾ ਹੈ। 어떤 신앙을 가져야 ਹੁਣ 되겠습니다. ਤੋਂ ਕਿਰਪਾ ਕਰਕੇ ਮੇਰੀ ਇੱਛਾ ਅਨੁਸਾਰ ਸਭ ਕੁਝ ਕਰੋ ਕਹਿਣ ਦੀ ਬਜਾਏ ਸਾਨੂੰ ਪੁੱਛਣਾ ਚਾਹੀਦਾ ਹੈ, 해주십시오가 아니라 ਪਿਤਾ ਅਤੇ ਮਾਤਾ ਦੀ ਇੱਛਾ ਕੀ ਹੈ? 어머니의 ਮੈਂ 뜻이 ਤੁਹਾਡੇ 무엇입니까? ਰਾਹ ਦਾ ਪਾਲਣ ਕਰਨਾ ਚਾਹੁੰਦਾ ਹਾਂ। 길로 가고 싶습니다. ਜੇ ਮੈਂ ਇੱਕ ਰੁੱਖ ਹਾਂ ਤਾਂ ਮੈਂ ਇੱਕ ਰੁੱਖ ਦੇ ਫਰਜ਼ ਪ੍ਰਤੀ ਵਫਾਦਾਰ ਰਹਾਂਗਾ। 내가 바다라면 ਜੇ ਮੈਂ ਇੱਕ 바다의 ਸਮੁੰਦਰ 직분에 ਹਾਂ ਤਾਂ ਮੈਂ 충실할 ਸਮੁੰਦਰ ਦੇ ਫਰਜ਼ ਪ੍ਰਤੀ ਵਫਾਦਾਰ ਰਹਾਂਗਾ। 것이고, 산의 직분에 ਜੇ ਮੈਂ ਇੱਕ 충실하겠습니다. ਪਹਾੜ ਹਾਂ ਤਾਂ ਮੈਂ ਇੱਕ ਪਹਾੜ ਦੇ ਫਰਜ਼ ਪ੍ਰਤੀ ਵਫਾਦਾਰ ਰਹਾਂਗਾ। 아버지, 어머니 ਇਸ 가슴 ਵਿਸ਼ਵਾਸ ਨਾਲ ਸਾਡੇ ਸਾਰੇ ਨਬੀਆਂ ਤੇ ਸਾਡੇ ਪਿਆਰੇ ਮੈਂਬਰਾਂ ਨੂੰ ਕਹਿਣਾ ਚਾਹੀਦਾ ਹੈ, ਮੈਂ ਪਿਤਾ ਅਤੇ ਮਾਤਾ ਦੀ ਯੋਜਨਾ ਅਨੁਸਾਰ ਆਪਣੇ ਰਾਹ ਤੇ ਆਪਣੇ ਆਪ ਨੂੰ ਸਮਰਪਿਤ ਕਰਾਂਗਾ। 우리 모든 선지자들과 우리 사랑하는 성도들이 ਆਗਿਆਕਾਰੀ ਨਬੀਆਂ ਅਤੇ ਸੰਤਾਂ ਲਈ ਵੱਖਰੇ ਤਰੀਕੇ ਨਾਲ ਲਾਗੂ ਨਹੀਂ ਹੁੰਦੀ ਹੈ। 있는 것이 아닙니다. ਹਰ ਕਿਸੇ ਨੂੰ ਪਿਤਾ ਅਤੇ ਮਾਤਾ ਦੇ ਮਾਰਗ ਦੇ ਅਨੁਸਾਰ ਚੱਲਣਾ ਚਾਹੀਦਾ ਹੈ, ਜਿਵੇਂ ਯਿਸੂ ਨੇ ਉਦਾਹਰਣ ਦਿਖਾਇਆ ਸੀ। 주신 것처럼 ਉਹਨਾਂ ਨੇ ਪ੍ਰਾਰਥਨਾ ਕੀਤੀ, ਮੇਰੀ ਨਹੀਂ ਪਰ ਤੇਰੀ ਇੱਛਾ ਪੂਰੀ ਹੋਵੇ। 이렇게 기도하시면 ਸਾਨੂੰ ਉਸ ਪ੍ਰਾਰਥਨਾ ਉੱਤੇ ਵਿਚਾਰ ਕਰਨਾ ਚਾਹੀਦਾ ਹੈ ਜੋ ਉਸਨੇ ਉਹਨਾਂ ਨੇ ਇਸ ਤਰੀਕੇ ਨਾਲ ਕੀਤੀ ਸੀ। ਆਓ ਅਸੀਂ ਪ੍ਰਕਾਸ਼ ਦੀ ਪੋਥੀ 14 ਵਚਨ 4 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 14 ਵਚਨ 4। 4절의 말씀 보시면 ਇਹ ਉਹ ਹਨ ਜਿਹੜੇ ਤੀਵੀਆਂ ਦੇ ਨਾਲ ਪਰਿਸ਼ਟ ਨਹੀਂ ਹੋਏ ਕਿਉਂ ਜੋ ਇਹ ਕੁਆਰੇ ਹਨ। ਇਹ ਉਹ ਹਨ ਭਈ ਜਿੱਥੇ ਕਿਤੇ ਲੇਲਾ ਜਾਂਦਾ ਹੈ ਉਹ ਉਹਦੇ ਮਗਰ ਤੁਰਦੇ ਹਨ। 따라가는 자녀라고 했습니다. 자, ਜਿੱਥੇ 여기에서 ਕਿਤੇ ਕਹਿਣ ਦਾ 어디로 ਮਤਲਬ 가는 ਇਹ 것은 ਕਿਸੇ ਵਾਤਾਵਰਣ ਤੱਕ ਸੀਮਿਤ ਨਹੀਂ ਹੈ। 환경이 아닙니다.
ਇਹ ਬਹੁਤ ਸੀਮਤ ਜਾਂ ਬਹੁਤ ਵਿਸ਼ਾਲ ਹੋ ਸਕਦਾ ਹੈ, 아주 넓고 큰 것도 될 수가 있습니다. ਜਿੱਥੇ ਕਿਤੇ ਦੀ ਕੋਈ ਨਿਸ਼ਚਿਤ ਪਰਿਭਾਸ਼ਾ ਨਹੀਂ ਹੈ। 그만큼은 정해진 것이 없습니다. ਭਾਵੇਂ ਜੋ ਵੀ ਵਾਤਾਵਰਣ ਹੋਵੇ, ਸਾਨੂੰ ਇਸ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਕਹਿਣਾ ਚਾਹੀਦਾ ਹੈ, 순응할 줄 알고 ਇਹ ਪਿਤਾ ਦੀ ਇੱਛਾ ਅਤੇ ਮਾਤਾ ਦੀ ਇੱਛਾ ਅਨੁਸਾਰ ਕੀਤਾ ਜਾਵੇ। 되기를 원하나이다. 그런 ਕੀ ਸਾਨੂੰ 신앙의 ਵਿਸ਼ਵਾਸ ਦੀ 어떻게 ਅਜਿਹੀ ਦੁਨੀਆ ਦਾ ਅਨੁਭਵ ਨਹੀਂ ਕਰਨਾ ਚਾਹੀਦਾ? 안 되겠습니까? ਵਰਤਮਾਨ ਵਿੱਚ ਖੁਸ਼ਖਬਰੀ ਪੂਰਨਤਾ ਵੱਲ ਵੱਧ ਰਹੀ ਹੈ। 점점 완성을 위해서 나아가고 있습니다. ਹਰ ਪੜਾਅ ਤੇ ਸਾਨੂੰ ਉਹਨਾਂ ਦੀ ਜ਼ਰੂਰਤ ਹੈ ਜਿਨ੍ਹਾਂ ਕੋਲ ਸਿਆਣਾ ਵਿਸ਼ਵਾਸ ਹੈ ਅਤੇ ਪਿਤਾ ਦੀ ਇੱਛਾ ਅਤੇ ਮਾਤਾ ਦੀ ਇੱਛਾ ਦੀ ਪਾਲਣਾ ਕਰਦੇ ਹਨ। 정상한 믿음을 가진 자녀들이 필요합니다. 항상 ਇੱਕ ਛੋਟਾ ਬੱਚਾ ਮੰਗ ਕਰਦਾ ਹੈ, ਜੋ ਮੈਂ ਚਾਹੁੰਦਾ ਹਾਂ ਉਹ ਕਰੋ। ਹਾਲਾਂਕਿ ਸਿਆਣੇ ਬਾਰੇ ਕੀ? 아버지의 뜻대로 ਉਹ ਕਹਿੰਦੇ ਹਨ, 어머니의 ਮੈਂ 뜻대로. ਪਿਤਾ ਦੀ ਇੱਛਾ ਅਤੇ ਮਾਤਾ ਦੀ ਇੱਛਾ ਦਾ ਪਾਲਣ ਕਰਾਂਗਾ। 그래서 ਪ੍ਰਕਾਸ਼ ਦੀ ਪੋਥੀ ਅਧਿਆਇ 14 ਵਿੱਚ ਰਸੂਲ ਯੂਹੰਨਾ ਨੇ ਦਰਸ਼ਨ ਦੇਖਿਆ। 자들에 대한 ਜਿੱਥੇ ਕਿਤੇ ਵੀ ਉਹਨਾਂ ਦੀ ਅਗਵਾਈ ਕੀਤੀ ਜਾਂਦੀ ਹੈ, ਉਹ ਕੀ ਕਰਦੇ ਹਨ? 어떻게 하는 ਜਿੱਥੇ 자들이 ਕਿਤੇ ਲੇਲਾ ਜਾਂਦਾ ਹੈ, ਉਹ ਉਸ ਦੇ ਪਿੱਛੇ ਹੋ ਲੈਂਦੇ ਹਨ। 내 뜻에 맞춰 주십시오 하는 ਉਹ ਇਹ 사람은 ਨਹੀਂ ਕਹਿੰਦੇ, ਕਿਰਪਾ ਕਰਕੇ ਮੇਰੀ ਇੱਛਾ ਅਨੁਸਾਰ ਚੱਲੋ। 우리가 성경을 보면서 ਸਾਨੂੰ ਇਸ ਪਹਿਲੂ ਤੇ ਧਿਆਨ ਦੇਣਾ ਚਾਹੀਦਾ ਹੈ। ਜਦੋਂ ਸਾਡੇ ਕੋਲ ਸਿਆਣਾ ਵਿਸ਼ਵਾਸ ਹੁੰਦਾ ਹੈ, ਤਾਂ ਅਸੀਂ ਆਪਣੀਆਂ ਇੱਛਾਵਾਂ ਅਨੁਸਾਰ ਕੰਮ ਕਰਨ ਲਈ ਨਹੀਂ ਕਹਿੰਦੇ। 조르는 이와 같은 내용이 아니라 ਇਸ ਦੀ ਬਜਾਏ ਅਸੀਂ ਪੁੱਛਦੇ ਹਾਂ, ਤੁਹਾਡੀ ਇੱਛਾ ਕੀ ਹੈ? ਤੁਸੀਂ ਕਿੱਥੇ ਚਾਹੁੰਦੇ ਹੋ ਕਿ ਅਸੀਂ ਜਾਈਏ? ਤੁਸੀਂ ਕੀ ਚਾਹੁੰਦੇ ਹੋ ਕਿ ਅਸੀਂ ਕਰੀਏ? ਤੁਸੀਂ ਕੀ ਚਾਹੁੰਦੇ ਹੋ ਕਿ ਅਸੀਂ ਕਿਸ ਤਰ੍ਹਾਂ ਦੇ ਲੋਕ ਬਣੀਏ? ਜਦੋਂ ਸਾਡੇ ਕੋਲ ਅਜਿਹਾ ਵਿਸ਼ਵਾਸ ਹੋਵੇਗਾ ਜੋ ਪਿਤਾ ਅਤੇ ਮਾਤਾ ਦੀ ਇੱਛਾ ਦਾ ਪਾਲਣ ਕਰਦਾ ਹੈ, ਤਾਂ ਕੀ ਅਸੀਂ ਮੁਕਤੀ ਦੀ ਪੂਰਨਤਾ ਅਤੇ ਸਵਰਗ ਦੇ ਰਾਜ ਨੂੰ ਨੇੜੇ ਨਹੀਂ ਲਿਆਵਾਂਗੇ? 구원의 완성이라는 그 시간이 더 빨라질 수 있지 않겠습니까? ਜਿਨ੍ਹਾਂ ਕੋਲ ਬਾਲਕਾਂ ਦਾ ਵਿਸ਼ਵਾਸ ਹੈ, ਜੋ ਲਗਾਤਾਰ ਉਹਨਾਂ ਦੀ ਇੱਛਾ ਦਾ ਪਾਲਣ ਕਰਨ ਲਈ ਬੇਨਤੀ ਕਰਦੇ ਹਨ, ਹਮੇਸ਼ਾ ਸ਼ਿਕਾਇਤ ਕਰਦੇ ਹਨ। 원망이 섞이고 ਉਹ ਉਸ ਸੰਪੂਰਨਤਾ ਨੂੰ ਪ੍ਰਾਪਤ ਨਹੀਂ ਕਰ ਸਕਦੇ ਜੋ ਪਿਤਾ ਅਤੇ ਮਾਤਾ ਚਾਹੁੰਦੇ ਹਨ। 할 수가 없습니다. ਬੇਸ਼ੱਕ ਜੇ ਕੋਈ ਸੱਚਾਈ ਨੂੰ ਚੰਗੀ ਤਰ੍ਹਾਂ ਨਹੀਂ ਜਾਣਦਾ, ਤਾਂ ਉਸ ਨੂੰ ਸਮਝਿਆ ਜਾ ਸਕਦਾ ਹੈ। 이해를 할 수 있습니다. 초신자니까. ਕਿਉਂਕਿ ਉਹ ਨਵੇਂ ਹਨ, ਇਸ ਲਈ ਉਹਨਾਂ ਨੇ ਅਜੇ ਤੱਕ ਬਹੁਤ ਜ਼ਿਆਦਾ ਨਹੀਂ ਸਿੱਖਿਆ ਹੈ। ਹਾਲਾਂਕਿ ਜੇਕਰ ਕੋਈ ਵਿਅਕਤੀ ਜਿਸਨੇ ਬਹੁਤ ਕੁਝ ਸਿੱਖਿਆ ਹੈ ਅਤੇ ਕੁਝ ਸਮੇਂ ਤੋਂ ਸੱਚਾਈ ਵਿੱਚ ਹੈ, ਅਜੇ ਵੀ ਇੱਕ ਬੱਚੇ ਵਾਂਗ ਕੰਮ ਕਰਦਾ ਹੈ, ਤਾਂ ਕੀ ਇਹ ਅਨੁਚਿਤ ਨਹੀਂ ਹੈ? 장성한 자가 되어서는 ਲਿਖਿਆ ਹੈ, ਜਦੋਂ ਸਿਆਣਾ ਹੋ ਗਿਆ ਤਾਂ ਬਾਲਕਾਂ ਦੀਆਂ ਗੱਲਾਂ ਛੱਡ ਦਿੱਤੀਆਂ। 그것이 ਇਹ ਬਾਈਬਲ ਦੀ ਸਿੱਖਿਆ ਹੈ। ਜਦੋਂ ਅਸੀਂ ਬਾਲਕ ਹੁੰਦੇ ਹਾਂ ਤਾਂ ਇਹ ਸਵੀਕਾਰ ਹੁੰਦਾ ਹੈ, ਪਰ ਜਦੋਂ ਅਸੀਂ ਸਿਆਣੇ ਹੋ ਜਾਂਦੇ ਹਾਂ ਤਾਂ ਸਾਨੂੰ ਬਾਲਕ ਦੇ ਤਰੀਕਿਆਂ ਨੂੰ ਛੱਡ ਦੇਣਾ ਚਾਹੀਦਾ ਹੈ। 버리고 아버지 어머니께서 바라시는 뜻이 ਪਿਤਾ ਅਤੇ ਮਾਤਾ ਦੀ ਇੱਛਾ ਕੀ ਹੈ? 어떤 사람이 되기를 ਪਰਮੇਸ਼ਵਰ ਕੀ ਚਾਹੁੰਦੇ ਹਨ ਕਿ ਅਸੀਂ ਕਿਹੋ ਜਿਹੇ ਲੋਕ ਬਣੀਏ? 우리가 ਪਰਮੇਸ਼ਵਰ ਕੀ ਚਾਹੁੰਦੇ ਹਨ ਕਿ ਅਸੀਂ ਕੀ ਕਰੀਏ? ਇਸ ਤਰ੍ਹਾਂ ਸੀਯੋਨ ਦੀਆਂ ਸੰਤਾਨਾਂ ਨੂੰ ਪਰਮੇਸ਼ਵਰ ਦੀ ਇੱਛਾ ਦਾ ਪਾਲਣ ਕਰਨਾ ਚਾਹੀਦਾ ਹੈ ਨਾ? 자녀들이 되어야 되겠죠. ਆਓ ਅਸੀਂ 2 ਕੁਰਿੰਥੀਆਂ ਅਧਿਆਇ 10 ਵਚਨ 4 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 10 ਵਚਨ 4। 10장 4절의 말씀 보시면 ਇਸ ਲਈ ਜੋ ਸਾਡੇ ਯੁੱਧ ਦੇ ਸ਼ਸਤਰ ਸਰੀਰਕ ਨਹੀਂ ਸਗੋਂ ਪਰਮੇਸ਼ਵਰ ਦੇ ਪਾਣੇ ਕਿਲਿਆਂ ਦੇ ਢਾਹ ਦੇਣ ਲਈ ਡਾਢੇ ਤਕੜੇ ਹਨ। 견고한 진을 파하는 강력이라. ਸੋ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ਵਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ ਢਾਹ ਦਿੰਦੇ ਹਾਂ ਅਤੇ ਹਰ ਇੱਕ ਖਿਆਲ ਨੂੰ ਬੰਧਨ ਵਿੱਚ ਲਿਆਉਂਦੇ ਹਾਂ। ਭਈ ਉਹ ਕਿਸ ਦਾ? 사로잡아 누구에게 복종케 한다고요? ਮਸੀਹ ਦਾ ਆਗਿਆਕਾਰ ਹੋਵੇ। 너희의 복종이 ਅਤੇ ਜਦ ਤੁਹਾਡੀ ਆਗਿਆਕਾਰੀ ਪੂਰੀ ਹੋ ਜਾਵੇ ਤਾਂ ਅਸੀਂ ਹਰ ਤਰ੍ਹਾਂ ਦੀ ਅਣਆਗਿਆਕਾਰੀ ਦਾ ਵੱਟਾ ਲੈਣ ਨੂੰ ਤਿਆਰ ਹਾਂ। 중에 있노라 하였습니다. ਸਾਨੂੰ ਆਪਣੇ ਵਿਚਾਰਾਂ ਨੂੰ ਕਾਬੂ ਕਰਕੇ ਪਰਮੇਸ਼ਵਰ ਦੀ ਇੱਛਾ ਦਾ ਪਾਲਣ ਕਰਨਾ ਚਾਹੀਦਾ ਹੈ। ਕੇਵਲ ਜਦੋਂ ਅਸੀਂ ਅਜਿਹਾ ਕਰਦੇ ਹਾਂ ਤਾਂ ਪਰਮੇਸ਼ਵਰ ਉਸ ਦੁਨੀਆ ਦਾ ਨਿਆਂ ਕਰਨਗੇ ਜੋ ਅਜਿਹਾ ਨਹੀਂ ਕਰ ਰਹੀ ਹੈ। ਅਸੀਂ ਜਲਦੀ ਤੋਂ ਜਲਦੀ ਸਵਰਗ ਜਾਣਾ ਚਾਹੁੰਦੇ ਹਾਂ, ਹੈ ਨਾ? ਅਸੀਂ ਸਵਰਗ ਦੀ ਆਸ ਰੱਖਦੇ ਹਾਂ। ਜੇਕਰ ਹਾਂ ਤਾਂ ਸਾਨੂੰ ਬਾਲਕ ਜਿਹੇ ਵਿਸ਼ਵਾਸ ਨਾਲ ਕੀ ਕਰਨਾ ਚਾਹੀਦਾ ਹੈ? 소원이 천국이라면 ਸਾਨੂੰ ਇਸ ਨੂੰ ਛੱਡ ਦੇਣਾ ਚਾਹੀਦਾ ਹੈ। 그 신앙을 어떻게 해야 됩니까? 서로 다 버려야 됩니다.
이제 가르치는 ਕਿਰਪਾ ਕਰਕੇ ਉਹਨਾਂ ਲੋਕਾਂ ਪ੍ਰਤੀ 또 ਸਮਝਦਾਰੀ ਰੱਖੋ ਜਿਨ੍ਹਾਂ ਨੇ ਹੁਣੇ ਸੱਚਾਈ ਨੂੰ ਸਵੀਕਾਰ ਕੀਤਾ ਹੈ ਅਤੇ ਬਾਲਕਾਂ ਵਾਂਗ ਵਿਵਹਾਰ ਕਰ ਸਕਦੇ ਹਨ। 그러나 이제 ਹਾਲਾਂਕਿ ਜੇ ਤੁਸੀਂ ਇੱਕ ਸਿਆਣੇ ਵਿਅਕਤੀ ਦੇ ਤੌਰ ਤੇ ਮੋਰੀ ਸਥਿਤੀ ਵਿੱਚ ਹੋ ਜਿਸ ਨੂੰ ਇੱਕ ਉਦਾਹਰਣ ਕਾਇਮ ਕਰਨੀ ਚਾਹੀਦੀ ਹੈ ਤਾਂ ਤੁਹਾਨੂੰ ਬਾਲਕ ਦੇ ਤਰੀਕਿਆਂ ਨੂੰ ਛੱਡ ਦੇਣਾ ਚਾਹੀਦਾ ਹੈ। ਕਿਰਪਾ ਕਰਕੇ ਰੁੱਖਾਂ ਬਾਰੇ ਸੋਚੋ। ਇੱਕ ਰੁੱਖ ਜਾਣਦਾ ਹੈ ਕਿ ਉਸ ਦਾ ਫਰਜ਼ ਕੀ ਹੈ ਅਤੇ ਉਹ ਆਪਣੀ ਭੂਮਿਕਾ ਵਿੱਚ ਸੰਤੁਸ਼ਟੀ ਪ੍ਰਾਪਤ ਕਰਦਾ ਹੈ। 또 자기 분수에 만족할 줄 안다고 합니다. ਰੁੱਖ ਸੂਰਜ ਦੀ ਰੋਸ਼ਨੀ ਵਿੱਚ ਗਰਮ ਹੋ ਕੇ ਜੋ ਪਰਮੇਸ਼ਵਰ ਦੀ ਕਿਰਪਾ ਹੈ 빛을 받고 또 허락해 주시는 비를 받고 ਮੀਂਹ ਨੂੰ ਜਜ਼ਬ ਕਰਕੇ 그리고 ਤਾਜ਼ੀ ਹਵਾ ਵਿੱਚ ਸਾਹ ਲੈਂਦੇ ਹੋਏ ਅਤੇ ਸਾਰੇ ਜਿਉਂਦੇ ਪ੍ਰਾਣੀਆਂ ਦੇ ਆਨੰਦਮਈ ਗੀਤਾਂ ਨਾਲ ਘਿਰਿਆ ਹੋ ਕੇ ਆਪਣੇ ਜੀਵਨ ਵਿੱਚ ਸੰਤੁਸ਼ਟੀ ਅਤੇ ਖੁਸ਼ੀ ਪਾਉਂਦਾ ਹੈ। 노래 불러주는 그런 삶이 얼마나 만족하고 행복해 하는지 모릅니다. ਇਹ ਆਪਣੀ ਸਹੀ ਥਾਂ ਨੂੰ ਸਮਝਦਾ ਹੈ। 자기 분수를 알기 때문입니다. ਉਹ ਜਾਣਦਾ ਹੈ ਕਿ ਜਿਸ ਥਾਂ ਤੇ ਪਰਮੇਸ਼ਵਰ ਨੇ ਉਸ ਨੂੰ ਲਾਇਆ ਹੈ ਉਹ ਉਸ ਦੇ ਰਹਿਣ ਲਈ ਸਹੀ ਜਗ੍ਹਾ ਹੈ। 터전이라는 걸 잘 알고 있습니다. ਕੁਦਰਤ ਦਾ ਨਿਰੀਖਣ ਕਰਨ ਲਈ ਕੁਝ ਸਮਾਂ ਕੱਢੋ। 하나님께서 천지와 만물을 ਪਰਮੇਸ਼ਵਰ ਨੇ ਆਕਾਸ਼, ਧਰਤੀ ਅਤੇ ਉਹਨਾਂ ਦੇ ਅੰਦਰ ਸਭ ਕੁਝ ਬਣਾਇਆ। 그 품위를 지키고 ਹਰ ਪਹਾੜ ਆਪਣੀ ਸ਼ਾਨ ਕਾਇਮ ਰੱਖਦਾ ਹੈ ਅਤੇ ਹਰ ਨਦੀ ਆਪਣੇ ਮਕਸਦ ਤੋਂ ਜਾਣੂ ਹੈ। 들판에 피어 있는 ਕੀ ਖੇਤਾਂ ਵਿੱਚ ਬੇਨਾਮ ਫੁੱਲ ਬੁੜਬੁੜਾਉਂਦੇ ਹਨ? 나는 ਪਰਮੇਸ਼ਵਰ, ਤੁਸੀਂ ਮੈਨੂੰ ਗੁਲਾਬ ਦੇ ਫੁੱਲ ਵਾਂਗ ਕਿਉਂ ਨਹੀਂ ਬਣਾਇਆ? 그런 ਮੈਨੂੰ ਇੱਥੇ 안에 ਜੰਗਲ ਵਿੱਚ 서로 ਅਜਿਹੇ ਸਧਾਰਨ ਰੂਪ ਵਿੱਚ ਕਿਉਂ ਵਧਣਾ ਚਾਹੀਦਾ ਹੈ? 들판에 야생화로 이렇게 자라게 하십니까? ਕੀ ਜੰਗਲੀ ਫੁੱਲ ਪਰਮੇਸ਼ਵਰ ਦੇ ਵਿਰੁੱਧ ਬੁੜਬੁੜਾਉਂਦੇ ਹਨ? 하나님 원망합니까? ਨਹੀਂ, ਉਹ ਸੰਤੁਸ਼ਟ ਹਨ। 그 자리에서 다 만족해 합니다. ਮੈਨੂੰ ਇਹ ਜੀਵਨ ਦੇਣ ਲਈ ਮੈਂ ਸੱਚਮੁੱਚ ਪਰਮੇਸ਼ਵਰ ਦਾ ਸ਼ੁਕਰਗੁਜ਼ਾਰ ਹਾਂ। 하나님 너무 감사합니다. ਉਹ ਜਿੱਥੇ ਹਨ ਉੱਥੇ ਲਗਨ ਨਾਲ ਆਪਣੀਆਂ ਭੂਮਿਕਾਵਾਂ ਨਿਭਾਉਂਦੇ ਹਨ। 확실하게 다 합니다. ਜੇ ਸੀਯੋਨ ਦੀਆਂ ਸਾਰੀਆਂ ਸੰਤਾਨਾਂ ਪਿਤਾ ਅਤੇ ਮਾਤਾ ਦੀ ਇੱਛਾ ਦੀ ਪਾਲਣਾ ਕਰਨ ਤਾਂ ਖੁਸ਼ਖਬਰੀ ਪੂਰੀ ਹੋ ਜਾਵੇਗੀ। 우리 복음은 완성이 됩니다. ਖੁਸ਼ਖਬਰੀ ਉਦੋਂ ਪੂਰੀ ਹੁੰਦੀ ਹੈ ਜਦੋਂ ਉਹ ਸਥਿਤੀ ਪ੍ਰਾਪਤ ਹੁੰਦੀ ਹੈ ਜੋ ਪਰਮੇਸ਼ਵਰ ਚਾਹੁੰਦੇ ਹਨ। 완성이 되는 것입니다. ਜੇਕਰ ਅਸੀਂ ਸਵਰਗ ਜਾਣਾ ਚਾਹੁੰਦੇ ਹਾਂ ਫਿਰ ਵੀ ਅਸੀਂ ਆਪਣੀ ਸਥਿਤੀ ਤੋਂ ਸੰਤੁਸ਼ਟ ਨਾ ਹੁੰਦੇ ਹੋਏ ਵੀ ਰਾਹ ਨਹੀਂ ਜਾਣਦੇ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਪਰਮੇਸ਼ਵਰ ਦੇ ਸੇਵਕ ਹਾਂ। 우리는 하나님의 일꾼이라고 말할 수가 없습니다. ਇਸ ਕਰਕੇ ਅੱਜ ਦਾ ਸਿਰਲੇਖ ਕੀ ਹੈ? ਇਹ ਸਮੱਸਿਆ ਹੈ। ਜਦੋਂ ਅਸੀਂ ਬਾਲਕਾਂ ਦੇ ਤਰੀਕਿਆਂ ਨੂੰ ਛੱਡ ਦਿਆਂਗੇ ਤਾਂ ਪਰਮੇਸ਼ਵਰ ਸਾਡੇ ਤੋਂ ਖੁਸ਼ ਹੋਣਗੇ ਅਤੇ ਏਸ਼ੀਆ ਵਿੱਚ ਖੁਸ਼ਖਬਰੀ ਦਾ ਦਰਵਾਜ਼ਾ ਖੋਲ੍ਹ ਦੇਣਗੇ। ਉਹ ਉੱਤਰੀ ਅਮਰੀਕਾ ਅਤੇ ਮੱਧ ਅਮਰੀਕਾ ਦੇ ਨਾਲ ਦੱਖਣੀ ਅਮਰੀਕਾ ਵਿੱਚ ਵੀ ਖੁਸ਼ਖਬਰੀ ਦਾ ਦਰਵਾਜ਼ਾ ਖੋਲ੍ਹਣਗੇ। ਪਰਮੇਸ਼ਵਰ ਅਫਰੀਕਾ ਅਤੇ ਇੱਥੋਂ ਤੱਕ ਕਿ ਯੂਰਪ ਵਿੱਚ ਵੀ ਖੁਸ਼ਖਬਰੀ ਦਾ ਦਰਵਾਜ਼ਾ ਖੋਲ੍ਹ ਦੇਣਗੇ। ਦੁਨੀਆ ਨੂੰ ਇਸ ਤਿਆਰੀ ਦੀ ਲੋੜ ਹੈ। ਬਾਲਕਾਂ ਜਿਹਾ ਵਿਸ਼ਵਾਸ ਸਿਆਣੇ ਵਿਸ਼ਵਾਸ ਵਿੱਚ ਬਦਲਣਾ ਚਾਹੀਦਾ ਹੈ। ਪ੍ਰਕਾਸ਼ ਦੀ ਪੋਥੀ ਅਧਿਆਇ 14 ਦੇ ਅਨੁਸਾਰ ਅਤੇ 2 ਕੁਰਿੰਥੀਆਂ ਅਧਿਆਇ 10 ਵਚਨ 6 ਵਿੱਚ ਜੇ ਸਾਡੇ ਕੋਲ ਸਿਆਣਾ ਵਿਸ਼ਵਾਸ ਹੈ ਅਤੇ ਸਾਡੀ ਆਗਿਆਕਾਰੀ ਪੂਰੀ ਹੋ ਜਾਂਦੀ ਹੈ ਤਾਂ ਪਰਮੇਸ਼ਵਰ ਘੋਸ਼ਣਾ ਕਰਨਗੇ ਕਿ ਖੁਸ਼ਖਬਰੀ ਦਾ ਮਿਸ਼ਨ ਪੂਰਾ ਹੋ ਗਿਆ ਹੈ ਅਤੇ ਦੁਸ਼ਟਾਂ ਨੂੰ ਸਜ਼ਾ ਦੇਣਗੇ। ਦੂਜੇ ਸ਼ਬਦਾਂ ਵਿੱਚ ਪਰਮੇਸ਼ਵਰ ਕੋਲ ਦੁਸ਼ਟਾਂ ਦਾ ਨਿਆਂ ਕਰਨ ਦਾ ਕਾਰਨ ਹੋਵੇਗਾ। ਜੇਕਰ ਪਰਮੇਸ਼ਵਰ ਇਸੇ ਸਮੇਂ ਨਿਆਂ ਕਰਦੇ ਹਨ ਤਾਂ ਉਹਨਾਂ ਦੀਆਂ ਸੰਤਾਨਾਂ ਨੂੰ ਬਚਾਇਆ ਨਹੀਂ ਜਾ ਸਕਦਾ। ਤਾਂ ਪਰਮੇਸ਼ਵਰ ਕੀ ਕਰਦੇ ਹਨ? ਉਹ ਸਾਨੂੰ ਇੱਕ ਹੋਰ ਸਾਲ ਦਿੰਦੇ ਹਨ ਅਤੇ ਸਾਡੇ ਉੱਤੇ ਨਜ਼ਰ ਰੱਖਦੇ ਹਨ। ਕੀ ਉਹਨਾਂ ਕੋਲ ਸਿਆਣਾ ਵਿਸ਼ਵਾਸ ਹੈ ਜਾਂ ਉਹ ਅਜੇ ਵੀ ਆਪਣੀ ਇੱਛਾ ਪੂਰੀ ਕਰਨ ਲਈ ਜ਼ੋਰ ਦੇ ਰਹੇ ਹਨ? ਸਾਨੂੰ ਦ੍ਰਿੜ ਇਰਾਦਾ ਕਰਨਾ ਚਾਹੀਦਾ ਹੈ ਅਤੇ ਕਹਿਣਾ ਚਾਹੀਦਾ ਹੈ ਅਸੀਂ ਪਿਤਾ ਅਤੇ ਮਾਤਾ ਦੀ ਇੱਛਾ ਦਾ ਪਾਲਣ ਕਰਾਂਗੇ। ਇਸ ਤਰ੍ਹਾਂ ਸਾਨੂੰ ਆਪਣੇ ਵਿਸ਼ਵਾਸ ਵਿੱਚ ਇੱਕ ਸੁੰਦਰ ਤਬਦੀਲੀ ਕਰਨੀ ਚਾਹੀਦੀ ਹੈ। ਇੱਕ ਪਤੰਗਾ ਪਾਰਦਰਸ਼ੀ ਖੰਭਾਂ ਅਤੇ ਇੱਕ ਪਤਲੀ ਪੂਛ ਪਾਉਣ ਲਈ ਇੱਕ ਲਾਰਵੇ ਦੇ ਰੂਪ ਵਿੱਚੋਂ ਪਰਿਵਰਤਨ ਹੋ ਕੇ ਲੰਘਦਾ ਹੈ। ਉਸ ਨੂੰ 2 ਵੱਡੀਆਂ ਮਿਸ਼ਰਿਤ ਅੱਖਾਂ ਨੂੰ ਪਾਉਣ ਲਈ ਕਿਸ ਦੀ ਲੋੜ ਹੈ? ਪਰਿਵਰਤਨ। ਸੀਯੋਨ ਦੀਆਂ ਸਾਰੀਆਂ ਸੰਤਾਨਾਂ ਪਲਕ ਝਪਕਦਿਆਂ ਹੀ ਅਜਿਹੇ ਪਰਿਵਰਤਨ ਦਾ ਅਨੁਭਵ ਕਰਨਗੀਆਂ। ਇਸ ਨੂੰ ਪੂਰਾ ਕਰਨ ਲਈ ਸਾਨੂੰ ਪਹਿਲਾਂ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੀਦਾ ਹੈ। ਕੀ ਸਾਡੇ ਕੋਲ ਬਾਲਕਾਂ ਜਿਹਾ ਵਿਸ਼ਵਾਸ ਜਾਂ ਸਿਆਣਾ ਵਿਸ਼ਵਾਸ ਹੋਣਾ ਚਾਹੀਦਾ ਹੈ?
ਕੀ ਅਸੀਂ ਮੰਗ ਕਰਦੇ ਹਾਂ ਸਭ ਕੁਝ ਮੇਰੀ ਇੱਛਾ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ? ਜਾਂ ਕੀ ਅਸੀਂ ਪਿਤਾ ਅਤੇ ਮਾਤਾ ਦੀ ਇੱਛਾ ਦਾ ਪਾਲਣ ਕਰਨ ਦਾ ਪੱਕਾ ਇਰਾਦਾ ਕੀਤਾ ਹੈ? ਜੇ ਆਗਿਆਕਾਰੀਤਾ ਨਹੀਂ ਹੈ ਤਾਂ ਪਰਮੇਸ਼ਵਰ ਦੁਸ਼ਟਾਂ ਨੂੰ ਸਜ਼ਾ ਦੇਣ ਦਾ ਕਾਰਨ ਨਹੀਂ ਲੱਭ ਸਕਦੇ। ਅਜਿਹਾ ਕਿਉਂ ਹੈ? ਧਰਮੀ ਜੱਜ ਹੋਣ ਦੇ ਰੂਪ ਵਿੱਚ ਪਰਮੇਸ਼ਵਰ ਦੁਸ਼ਟਾਂ ਦਾ ਨਿਆਂ ਕਰਨਾ ਚਾਹੁੰਦੇ ਹਨ, ਪਰ ਉਹਨਾਂ ਦੀਆਂ ਸੰਤਾਨਾਂ ਪੂਰੀ ਤਰ੍ਹਾਂ ਸਿਆਣੀਆਂ ਨਹੀਂ ਹਨ। ਇਸ ਤਰ੍ਹਾਂ ਜੇਕਰ ਉਹ ਤੁਰੰਤ ਨਿਆਂ ਕਰਨ ਤਾਂ ਉਹਨਾਂ ਦੀਆਂ ਪਿਆਰੀਆਂ ਸੰਤਾਨਾਂ ਨੂੰ ਆਤਮਿਕ ਨੁਕਸਾਨ ਦਾ ਦੁੱਖ ਹੋਵੇਗਾ। ਇਸੇ ਲਈ ਉਹ ਉਡੀਕ ਕਰਦੇ ਹਨ। ਜੇਕਰ ਅਸੀਂ ਸਵਰਗ ਜਾਣਾ ਚਾਹੁੰਦੇ ਹਾਂ ਤਾਂ ਸਾਡਾ ਵਿਸ਼ਵਾਸ ਸਿਆਣਾ ਹੋਣਾ ਚਾਹੀਦਾ ਹੈ। ਸਾਨੂੰ ਇੱਕ ਵਾਰ ਫਿਰ ਜਾਂਚ ਕਰਨੀ ਚਾਹੀਦੀ ਹੈ ਕਿ ਪਿਤਾ ਅਤੇ ਮਾਤਾ ਦੀ ਇੱਛਾ ਕਿੱਥੇ ਸ਼ਾਮਿਲ ਹੈ। ਸਹਿਯੋਗ ਕਰਨਾ, ਇੱਕ ਦੂਜੇ ਦਾ ਸਮਰਥਨ ਕਰਨਾ, ਇੱਕ ਦੂਜੇ ਲਈ ਪ੍ਰਾਰਥਨਾ ਕਰਨੀ, ਇੱਕ ਦੂਜੇ ਲਈ ਵਿਚਾਰ ਕਰਨਾ ਦਿਖਾਓ ਅਤੇ ਸਵਰਗ ਦੀ ਯਾਤਰਾ ਵਿੱਚ ਇੱਕ ਦੂਜੇ ਦੀ ਮਦਦ ਕਰੋ। ਮੈਂ ਆਪਣੇ ਸਾਰੇ ਸਵਰਗੀ ਪਰਿਵਾਰ ਦੇ ਮੈਂਬਰਾਂ ਨੂੰ ਅਜਿਹਾ ਕਰਨ ਦੀ ਕੋਸ਼ਿਸ਼ ਕਰਨ ਲਈ ਕਹਿੰਦਾ ਹਾਂ। ਕੀ ਅਸੀਂ ਇਬਰਾਨੀਆਂ 3 ਤੇ ਇੱਕ ਨਜ਼ਰ ਪਾਈਏ? ਆਓ ਅਸੀਂ ਇਬਰਾਨੀਆਂ 3 ਵਚਨ 18 ਉੱਤੇ ਇੱਕ ਨਜ਼ਰ ਪਾਈਏ। ਇਬਰਾਨੀਆਂ ਅਧਿਆਇ 3 ਵਚਨ 18 ਵਿੱਚ ਲਿਖਿਆ ਹੈ। ਅਤੇ ਕਿਨਾਂ ਨੂੰ ਉਸਨੇ ਸਹੁੰ ਖਾ ਕੇ ਆਖਿਆ ਭਈ ਉਹ ਮੇਰੇ ਆਰਾਮ ਵਿੱਚ ਨਾ ਵੜਨਗੇ, ਪਰ ਉਹਨਾਂ ਨੂੰ ਜਿਹੜੇ ਅਣਆਗਿਆਕਾਰ ਸਨ। ਅਸੀਂ ਇਹ ਵੇਖਦੇ ਹਾਂ ਜੋ ਉਹ ਬੇਪਰਤੀਤੀ ਦੇ ਕਾਰਨ ਉਸ ਵਿੱਚ ਵੜ ਨਾ ਸਕੇ। ਉਹ ਕਿੱਥੇ ਪ੍ਰਵੇਸ਼ ਹੋਣ ਵਿੱਚ ਅਸਫਲ ਰਹੇ। ਸਰੀਰਕ ਤੌਰ ਤੇ ਉਹ ਕਨਾਨ ਵਿੱਚ ਪ੍ਰਵੇਸ਼ ਨਹੀਂ ਹੋ ਸਕੇ। ਆਤਮਿਕ ਰੂਪ ਵਿੱਚ ਇਸ ਦਾ ਕੀ ਅਰਥ ਹੈ? ਉਹ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਵਿੱਚ ਅਸਫਲ ਰਹੇ। ਇਸੇ ਲਈ ਪ੍ਰਕਾਸ਼ ਦੀ ਪੋਥੀ ਅਧਿਆਇ 14 ਵਿੱਚ ਉਹਨਾਂ ਲੋਕਾਂ ਬਾਰੇ ਦਰਜ ਕੀਤਾ ਗਿਆ ਹੈ ਜੋ ਜਿੱਥੇ ਕਿਤੇ ਲੇਲਾ ਜਾਂਦਾ ਹੈ ਉਹਨਾਂ ਦੇ ਪਿੱਛੇ ਹੋ ਜਾਂਦੇ ਹਨ। ਇਹ ਬਿਨਾਂ ਸੋਚੇ ਸਮਝੇ ਪਾਲਣ ਕਰਨ ਬਾਰੇ ਨਹੀਂ ਹੈ। ਕਿਹਾ ਜਾਂਦਾ ਹੈ ਇੱਕ ਰੁੱਖ ਆਪਣੀ ਦਿੱਤੀ ਗਈ ਭੂਮਿਕਾ ਨਾਲ ਸੰਤੁਸ਼ਟ ਹੋਣਾ ਜਾਣਦਾ ਹੈ। ਉਹ ਕਦੇ ਰੁੱਖ ਹੋਣ ਦੀ ਸ਼ਿਕਾਇਤ ਨਹੀਂ ਕਰਦਾ। ਉਹ ਸਵਾਲ ਨਹੀਂ ਕਰਦਾ ਮੈਨੂੰ ਇੱਥੇ ਕਿਉਂ ਰੱਖਿਆ ਗਿਆ ਹੈ ਅਤੇ ਉੱਥੇ ਨਹੀਂ। ਲਾਲਚ ਬੁੱਧ ਨੂੰ ਢੱਕ ਦਿੰਦਾ ਹੈ, ਜਿਸ ਨਾਲ ਅਣਆਗਿਆਕਾਰੀ, ਸ਼ਿਕਾਇਤ ਅਤੇ ਬੁੜ ਹੁੰਦੀ ਹੈ। ਆਖਰਕਾਰ ਇਹ ਸਾਨੂੰ ਸ਼ੁਕਰਗੁਜ਼ਾਰੀ ਭੁੱਲਾ ਦਿੰਦਾ ਹੈ। ਇੱਕ ਰੁੱਖ ਉਸ ਜੀਵਨ ਲਈ ਸ਼ੁਕਰਗੁਜ਼ਾਰ ਹੈ ਜੋ ਪਰਮੇਸ਼ਵਰ ਨੇ ਉਸ ਨੂੰ ਦਿੱਤਾ ਹੈ, ਇਸ ਲਈ ਉਹ ਬੁੜਾਉਂਦਾ ਨਹੀਂ ਹੈ ਤੁਸੀਂ ਮੈਨੂੰ ਇੱਥੇ ਕਿਉਂ ਰੱਖਿਆ? ਤੁਸੀਂ ਮੈਨੂੰ ਇੱਕ ਸੁੰਦਰ ਫੁੱਲ ਦੀ ਬਜਾਏ ਇੱਕ ਰੁੱਖ ਦੇ ਰੂਪ ਵਿੱਚ ਕਿਉਂ ਬਣਾਇਆ? ਕਿਹਾ ਜਾਂਦਾ ਹੈ ਕਿ ਇੱਕ ਰੁੱਖ ਕਦੇ ਵੀ ਅਜਿਹੀਆਂ ਚੀਜ਼ਾਂ ਬਾਰੇ ਸ਼ਿਕਾਇਤ ਨਹੀਂ ਕਰਦਾ। ਕੀ ਹੁਣ ਤੋਂ ਸਾਡੇ ਕੋਲ ਅਜਿਹਾ ਦ੍ਰਿਸ਼ਟੀਕੋਣ ਨਹੀਂ ਹੋਣਾ ਚਾਹੀਦਾ? ਜਦੋਂ ਅਸੀਂ ਬਾਲਕ ਸੀ ਤਾਂ ਅਸੀਂ ਇੱਕ ਬਾਲਕ ਵਾਂਗ ਗੱਲ ਕਰਦੇ ਸੀ ਅਤੇ ਅਸੀਂ ਇੱਕ ਬਾਲਕ ਵਾਂਗ ਸੋਚਦੇ ਸੀ। ਅਸੀਂ ਜੋ ਕੁਝ ਵੀ ਕੀਤਾ ਉਹ ਬਾਲਕਾਂ ਵਾਂਗ ਸੀ। ਮੰਨ ਲਓ ਕਿ ਮਾਤਾ ਪਿਤਾ ਨੇ ਆਪਣੇ ਬੱਚਿਆਂ ਲਈ 2 ਗੁੱਡੀਆਂ ਖਰੀਦੀਆਂ, ਪਰ ਫਿਰ ਮਜ਼ਬੂਤ ਬੱਚਾ ਲਾਲਚੀ ਹੋਣ ਕਰਕੇ ਦੋਵੇਂ ਗੁੱਡੀਆਂ ਨੂੰ ਰੱਖਦਾ ਹੈ। ਅਜਿਹੀ ਜ਼ਿੱਦ ਲਾਲਚ ਤੋਂ ਆਉਂਦੀ ਹੈ। ਜਦੋਂ ਕੋਈ ਸਭ ਕੁਝ ਸਿਰਫ ਆਪਣੀ ਮਰਜ਼ੀ ਅਨੁਸਾਰ ਕਰਨ ਲਈ ਕਹਿੰਦਾ ਹੈ ਤਾਂ ਉਹਨਾਂ ਕੋਲ ਅਜੇ ਵੀ ਬਾਲਕਾਂ ਜਿਹੇ ਤਰੀਕੇ ਹਨ। ਖੁਸ਼ਖਬਰੀ ਦੀ ਹਰ ਪ੍ਰਕਿਰਿਆ ਵਿੱਚ ਸਾਡੇ ਵਿੱਚੋਂ ਹਰੇਕ ਲਈ ਇੱਕ ਜਗ੍ਹਾ ਹੁੰਦੀ ਹੈ ਜੋ ਪਰਮੇਸ਼ਵਰ ਦੁਆਰਾ ਨਿਰਧਾਰਤ ਕੀਤੀ ਹੈ। ਕੋਈ ਫਰਕ ਨਹੀਂ ਪੈਂਦਾ ਕਿ ਉਹ ਸਾਨੂੰ ਕਿੱਥੇ ਰੱਖਦੇ ਹਨ। ਅਸੰਤੁਸ਼ਟ ਹੋਣ ਦੀ ਕੋਈ ਲੋੜ ਨਹੀਂ ਹੈ। ਭਾਵੇਂ ਇਹ ਮਨੁੱਖਾਂ ਦੇ ਕੰਮ ਵਾਂਗ ਲੱਗ ਸਕਦਾ ਹੈ, ਪਰ ਸਾਡਾ ਚਰਚ ਪਰਮੇਸ਼ਵਰ ਦੀ ਅਗਵਾਈ ਵਿੱਚ ਕੰਮ ਕਰਦਾ ਹੈ। ਇਸ ਲਈ ਇੱਕ ਰੁੱਖ ਵਾਂਗ ਸਾਨੂੰ ਸੰਤੁਸ਼ਟ ਹੋਣਾ ਚਾਹੀਦਾ ਹੈ ਅਤੇ ਆਪਣੀ ਲਈ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਇਹ ਸ਼ਿਕਾਇਤ ਅਤੇ ਸਵਾਲ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਮੈਨੂੰ ਇੱਥੇ ਕਿਉਂ ਰੱਖਿਆ ਹੈ। ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਪਰਮੇਸ਼ਵਰ ਕੋਲ ਸਾਨੂੰ ਕੁਝ ਅਹੁਦਿਆਂ ਤੇ ਰੱਖਣ ਦਾ ਉਦੇਸ਼ ਹੈ ਅਤੇ ਆਪਣੇ ਆਪ ਨੂੰ ਆਪਣੇ ਫਰਜ਼ ਲਈ ਸਮਰਪਿਤ ਕਰਨਾ ਚਾਹੀਦਾ ਹੈ। ਫਿਰ ਕੀ ਇੱਕ ਪਲ ਵਿੱਚ ਸਾਰੀ ਦੁਨੀਆ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਨਹੀਂ ਕੀਤਾ ਜਾਵੇਗਾ? ਇਬਰਾਨੀਆਂ 3 ਵਿੱਚ ਇਹ ਉਹਨਾਂ ਲੋਕਾਂ ਬਾਰੇ ਜ਼ਿਕਰ ਕਰਦਾ ਹੈ ਜੋ ਕਨਾਨ ਦੀ ਧਰਤੀ, ਸਵਰਗ ਦੇ ਰਾਜ ਵਿੱਚ ਦਾਖਲ ਹੋਣ ਵਿੱਚ ਅਸਫਲ ਰਹੇ ਸਨ। ਇਹ ਲਿਖਿਆ ਹੋਇਆ ਹੈ ਕਿ ਅਣਆਗਿਆਕਾਰੀ ਕਰਨ ਵਾਲੇ ਅੰਦਰ ਨਹੀਂ ਜਾ ਸਕਦੇ ਸਨ। ਪਰਮੇਸ਼ਵਰ ਨੇ ਇਹੀ ਕਿਹਾ ਹੈ।
그런 사람들은 결단코 ਉਹ 들어올 수 ਸਹੁਣ ਵੀ 없다. ਖਾਂਦਾ ਹੈ ਕਿ ਅਜਿਹੇ ਲੋਕ ਕਦੇ ਪ੍ਰਵੇਸ਼ ਨਹੀਂ ਕਰ ਸਕਦੇ। 어린아이 신앙에서 ਇਸ ਲਈ ਸਾਨੂੰ 어린이 ਬਾਲਕ 신앙으로 ਜਿਹੇ ਵਿਸ਼ਵਾਸ ਤੋਂ ਸਿਆਣੇ ਵਿਸ਼ਵਾਸ ਵਿੱਚ ਤੇਜ਼ੀ ਨਾਲ ਵਧਣਾ ਚਾਹੀਦਾ ਹੈ। 다 늘 ਆਖਰਕਾਰ ਸਾਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ, 쉬지 않고 기도하고 ਲਗਾਤਾਰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਸਾਨੂੰ ਹੋਰ ਕੀ ਕਰਨਾ ਚਾਹੀਦਾ ਹੈ? 감사할 줄 ਸਾਨੂੰ ਹਰ ਗੱਲ ਵਿੱਚ ਧੰਨਵਾਦ ਕਰਨਾ ਚਾਹੀਦਾ ਹੈ। ਕੇਵਲ ਤਦ ਅਸੀਂ ਆਗਿਆਕਾਰੀ ਪ੍ਰਾਪਤ ਕਰ ਸਕਦੇ ਹਾਂ। ਅਜਿਹਾ ਕਰਨ ਦੁਆਰਾ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ, ਸਾਡੇ ਸੀਯੋਨ ਪਰਿਵਾਰ ਦੇ ਮੈਂਬਰਾਂ ਲਈ ਕੀ ਅਸੁਵਿਧਾਜਨਕ ਹੈ। 어떻게 해야 영적으로 ਸਾਨੂੰ ਉਹਨਾਂ ਦੀ ਮਦਦ ਕਰਨ ਲਈ ਕੀ ਕਰਨਾ ਚਾਹੀਦਾ ਹੈ? ਉਹ ਆਤਮਿਕ ਤੌਰ ਤੇ ਕਿਵੇਂ ਵੱਧ ਸਕਦੇ ਹਨ? ਸਾਨੂੰ ਉਹਨਾਂ ਦਾ ਹਮੇਸ਼ਾ ਖਿਆਲ ਰੱਖਣਾ ਚਾਹੀਦਾ ਹੈ। ਜਿਵੇਂ ਕਿ ਯਿਸੂ ਨੇ ਕਿਹਾ ਸੀ, ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੀਆਂ ਭੇਡਾਂ ਨੂੰ ਚਰਾਓ। ਠੀਕ ਉਸੇ ਤਰ੍ਹਾਂ ਸਾਨੂੰ ਆਪਣੇ ਪਿਆਰੇ ਭਰਾਵਾਂ ਅਤੇ ਭੈਣਾਂ ਨੂੰ ਆਤਮਿਕ ਤੌਰ ਤੇ ਖੁਆਉਣਾ ਚਾਹੀਦਾ ਹੈ ਅਤੇ ਉਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਸਾਰੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕੀਏ। ਮੈਨੂੰ ਆਸ ਹੈ ਕਿ ਅਸੀਂ ਇਸ ਮਿਸ਼ਨ ਨੂੰ ਪੂਰਾ ਕਰਾਂਗੇ। ਆਓ ਅਸੀਂ ਯਸਾਯਾਹ ਦੀ ਕਿਤਾਬ ਅਧਿਆਇ 14 ਉੱਤੇ ਇੱਕ ਨਜ਼ਰ ਪਾਈਏ। ਆਓ ਯਸਾਯਾਹ ਅਧਿਆਇ 14 ਵਚਨ 24 ਦੇਖੀਏ। 이사야 14장 24절의 말씀 보겠습니다. ਸੈਨਾਨ ਦੇ ਯਹੋਵਾਹ ਨੇ ਸਹੁੰ ਖਾਧੀ ਕਿ ਨਿਸੰਗ ਜਿਵੇਂ ਮੈਂ ਠਾਣਿਆ ਤਿਵੇਂ ਹੋ ਜਾਵੇਗਾ ਅਤੇ ਜਿਵੇਂ ਮੈਂ ਮਤਾ ਮਤਾਇਆ ਕੀ ਹੋਵੇਗਾ ਤਿਵੇਂ ਉਹ ਕਾਇਮ ਰਹੇਗਾ। ਲਿਖਿਆ ਹੈ ਉਸੇ ਤਰ੍ਹਾਂ ਹੋ ਜਾਵੇਗਾ। ਇਹ ਕਿਸ ਦੀ ਮਰਜ਼ੀ ਹੈ? ਇਹ ਪਰਮੇਸ਼ਵਰ ਦੀ ਮਰਜ਼ੀ ਹੈ। ਫਿਰ ਪਰਮੇਸ਼ਵਰ ਨੇ ਕਿਉਂ ਠਾਣ ਲਿਆ ਹੈ? ਮੱਤੀ ਅਧਿਆਇ 28 ਵਿੱਚ ਖੁਸ਼ਖਬਰੀ ਕਿੰਨੀ ਦੂਰ ਜਾਂਦੀ ਹੈ। ਸਾਰਿਆਂ ਦੇਸ਼ਾਂ ਵਿੱਚ ਇਸ ਦਾ ਪ੍ਰਚਾਰ ਕੀਤਾ ਜਾਵੇਗਾ। ਮੱਤੀ ਅਧਿਆਇ 24 ਵਿੱਚ ਪਰਮੇਸ਼ਵਰ ਕਹਿੰਦੇ ਹਨ ਕਿ ਇਸ ਦਾ ਪ੍ਰਚਾਰ ਪੂਰੀ ਦੁਨੀਆ ਵਿੱਚ ਕੀਤਾ ਜਾਵੇਗਾ। ਕੀ ਉਹ ਸਾਨੂੰ ਰੋਮੀਆਂ ਅਧਿਆਇ 10 ਵਿੱਚ ਉਹੀ ਸ਼ਬਦ ਨਹੀਂ ਕਹਿੰਦੇ? ਅਜਿਹਾ ਹੋਣ ਲਈ ਕਿਸੇ ਨੂੰ ਵੀ ਬੱਚੇ ਵਾਂਗ ਨਹੀਂ ਹੋਣਾ ਚਾਹੀਦਾ। ਸਾਨੂੰ ਸਿਆਣੇ ਵਿਸ਼ਵਾਸ ਦੀ ਲੋੜ ਹੈ ਕਿਉਂਕਿ ਸਾਨੂੰ ਪਹਿਲਾਂ ਬੁਲਾਇਆ ਗਿਆ ਹੈ। ਇਸ ਲਈ ਆਓ ਅਸੀਂ ਆਤਮਿਕ ਤੌਰ ਤੇ ਸਿਆਣੇ ਬਣੀਏ ਤਾਂ ਜੋ ਅਸੀਂ ਉਹਨਾਂ ਨਵੇਂ ਮੈਂਬਰਾਂ ਦੀ, ਜਿਨ੍ਹਾਂ ਨੇ ਹੁਣੇ ਸੱਚਾਈ ਨੂੰ ਸਵੀਕਾਰ ਕੀਤਾ ਹੈ, ਜੋ ਬਾਲਕਾਂ ਵਾਂਗ ਹਨ, ਪਰਮੇਸ਼ਵਰ ਵੱਲ ਅਗਵਾਈ ਕਰ ਸਕੀਏ। ਪਿਤਾ ਅਤੇ ਮਾਤਾ ਦੀ ਇੱਛਾ ਦਾ ਪਾਲਣ ਕਰਨਾ ਸਿਆਣੇ ਵਿਸ਼ਵਾਸ ਦੀ ਨਿਸ਼ਾਨੀ ਹੈ, ਜਦ ਕਿ ਮੇਰੇ ਆਪਣੇ ਤਰੀਕੇ ਤੇ ਜ਼ੋਰ ਦੇਣਾ ਜਾਂ ਮੇਰੀ ਜ਼ਿੱਦ ਦਾ ਪਾਲਣ ਕਰਨਾ ਇੱਕ ਬੱਚੇ ਦੀ ਵਿਸ਼ੇਸ਼ਤਾ ਹੈ, ਭਾਵੇਂ ਉਹਨਾਂ ਦੀ ਸਥਿਤੀ ਕੋਈ ਵੀ ਹੋਵੇ। ਬਾਲਕਾਂ ਦਾ ਵਿਸ਼ਵਾਸ ਸਵਰਗ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ। ਅੱਜ ਆਓ ਅਸੀਂ ਪਰਮੇਸ਼ਵਰ ਦੀਆਂ ਇਹਨਾਂ ਸਿੱਖਿਆਵਾਂ ਤੇ ਵਿਚਾਰ ਕਰੀਏ। ਇਹ ਕਹਿਣ ਦੀ ਬਜਾਏ ਮੇਰਾ ਪਾਲਣ ਕਰੋ, ਆਓ ਅਸੀਂ ਕਹੀਏ, ਪਿਤਾ ਅਨਸੰਗ ਹੋਂਗ ਜੀ ਅਤੇ ਸਵਰਗੀ ਮਾਤਾ ਦਾ ਪਾਲਣ ਕਰੋ। ਸਾਨੂੰ ਉਹਨਾਂ ਦਾ ਪਾਲਣ ਕਰਨਾ ਚਾਹੀਦਾ ਹੈ। ਮੈਂ ਆਸ ਕਰਦਾ ਹਾਂ ਕਿ ਸਾਡੇ ਸਾਰੇ ਪਿਆਰੇ ਸਵਰਗੀ ਪਰਿਵਾਰ ਦੇ ਮੈਂਬਰ ਇਸ ਤਰੀਕੇ ਨਾਲ ਦੂਜਿਆਂ ਦੀ ਅਗਵਾਈ ਕਰਨਗੇ। ਇਸ ਨਾਲ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।